ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਚੱਲ ਰਹੀ ਆਨਲਾਈਨ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਅੱਜ ਸਾਡੀ ਕਲਾਸ ਦਾ ਵਿਸ਼ਾ ਇੱਕ ਅਨੋਖੀ ਯਾਤਰਾ ਪ੍ਰੈਜੈਂਟੇਸ਼ਨ ਹੈ ਜੋ ਵੀਰ MP ਸਿੰਘ ਜੀ, ਮਨਵਿੰਦਰਪਾਲ ਸਿੰਘ ਜੀ ਦਿੱਲੀ ਤੋਂ ਉਹ ਸਾਡੇ ਨਾਲ ਸਾਂਝੀ ਕਰ ਰਹੇ ਹਨ। ਮੈਂ ਬੇਨਤੀ ਕਰ ਰਿਹਾ ਹਾਂ ਵੀਰ ਮਨਵਿੰਦਰਪਾਲ ਸਿੰਘ ਜੀ ਨੂੰ ਕਿਰਪਾ ਕਰਕੇ ਅੱਜ ਦਾ ਇਹ ਜੋ ਵਿਸ਼ਾ ਹੈ ਇੱਕ ਅਨੋਖੀ ਯਾਤਰਾ ਇਹ ਸਾਡੇ ਨਾਲ ਸਾਂਝਾ ਕਰਨ। ਵੀਰ ਮਨਵਿੰਦਰਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜੋ ਇਹ ਪ੍ਰੈਜੈਂਟੇਸ਼ਨ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਸ ਦਾ ਵਿਸ਼ਾ ਹੈ ਇੱਕ ਅਨੋਖੀ ਯਾਤਰਾ। ਇਹ ਪ੍ਰੈਜੈਂਟੇਸ਼ਨ ਐਕਚੁਅਲੀ ਮੇਰੀ ਓਰੀਜਨਲ ਕ੍ਰੀਏਸ਼ਨ ਨਹੀਂ ਹੈ। ਇਹ ਇੰਟਰਨੈਟ ਦੇ ਉੱਤੇ ਇੱਕ ਅੰਗਰੇਜ਼ੀ ਦੇ ਵਿੱਚ ਇੱਕ ਅਵੇਲੇਬਲ PPT ਹੈ ਅ ਫੈਂਟਾਸਟਿਕ ਟ੍ਰਿਪ। ਉਹਨੂੰ ਲੈ ਕੇ ਹੀ ਉਹਨੂੰ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਕੇ ਤੇ ਉਹਦੇ ਨਾਲ ਸੰਬੰਧਿਤ ਥੋੜੀ ਜਿਹੀਆਂ ਕੁਝ ਗੁਰਬਾਣੀ ਦੀਆਂ ਕੁਝ ਪੰਕਤੀਆਂ ਇਹਦੇ ਨਾਲ ਐਡ ਕੀਤੀਆਂ ਗਈਆਂ ਹਨ। ਪਰ ਆਸ ਹੈ ਕਿ ਵੀ ਇਹ ਤੁਹਾਡੇ ਵਾਸਤੇ ਇੰਟਰਸਟਿੰਗ ਹੋਏਗੀ। ਸੋ ਆਓ ਇੱਕ ਅਨੋਖੀ ਯਾਤਰਾ ਦਾ ਆਨੰਦ ਮਾਣੀਏ। ਉਹ ਅਸੀਂ 10 ਦੀ ਪਾਵਰ ਦਾ ਇਸਤੇਮਾਲ ਕਰਦੇ ਹੋਏ ਸੂਖਸ਼ਮ ਤੋਂ ਦੀਰਘ ਬ੍ਰਹਿਮੰਡ ਦੀ ਯਾਤਰਾ ਕਰਨ ਜਾ ਰਹੇ ਹਾਂ। 10 ਦੀ ਪਾਵਰ ਤੋਂ ਭਾਵ ਕੀ ਹੈ ਕਿ ਬਈ ਅਸੀਂ ਜ਼ਮੀਨ ਤੋਂ 1 ਮੀਟਰ ਦੀ ਉਚਾਈ ਤੋਂ ਦੇਖਣਾ ਸ਼ੁਰੂ ਕਰਾਂਗੇ। ਉਸ ਤੋਂ ਬਾਅਦ 10 ਮੀਟਰ ਦੀ, ਫਿਰ 100 ਮੀਟਰ ਦੀ, ਫਿਰ 1000 ਮੀਟਰ ਦੀ, ਯਾਨੀ ਕਿ 1 ਕਿਲੋਮੀਟਰ, ਫਿਰ 10 ਕਿਲੋਮੀਟਰ, ਫਿਰ 100 ਕਿਲੋਮੀਟਰ। ਇਸ ਤਰ੍ਹਾਂ 10 ਗੁਣਾ ਦੂਰੀ ਵਧਾਉਂਦੇ ਹੋਏ ਅਸੀਂ ਦੇਖਦੇ ਜਾਵਾਂਗੇ ਕਿ ਬਈ ਸਾਨੂੰ ਇਹ ਦੁਨੀਆ ਕਿਹੋ ਜਿਹੀ ਨਜ਼ਰ ਆਉਂਦੀ ਹੈ। ਫਿਰ ਦੁਨੀਆ ਦੇ ਆਲੇ ਦੁਆਲੇ ਜੋ ਸਾਰਾ ਬ੍ਰਹਿਮੰਡ ਹੈ ਉਹਦੇ ਸਾਨੂੰ ਕਿਸ ਤਰੀਕੇ ਦੇ ਨਜ਼ਾਰੇ ਵੇਖਣ ਨੂੰ ਮਿਲਦੇ ਹਨ। ਤਾਂ ਆਓ ਇਸ 10 ਦੀ ਪਾਵਰ ਦੇ ਰਸਤੇ ਵਿੱਚ ਚੱਲਦੇ ਹੋਏ ਸੂਖਸ਼ਮ ਤੋਂ ਦੀਰਘ ਬ੍ਰਹਿਮੰਡ ਦੇ ਨਜ਼ਾਰੇ ਦੇਖਦੇ ਹਾਂ। ਤਾਂ ਉਡਾਨ ਭਰਨ ਵਾਸਤੇ ਅਸੀਂ ਤਿਆਰ ਹੋ ਜਾਈਏ। ਤਾਂ ਅਸੀਂ ਇੱਕ ਬਹੁਤ ਤੇਜ਼ ਗਤੀ ਦੀ ਯਾਤਰਾ ਕਰਨ ਜਾ ਰਹੇ ਹਾਂ ਜਿਸ ਵਿੱਚ 10 ਗੁਣਾ ਵਾਧਾ ਹੋਏਗਾ। ਅਸੀਂ ਸ਼ੁਰੂ ਕਰਾਂਗੇ 1 ਮੀਟਰ ਤੋਂ ਤੇ ਹਰ ਕਦਮ ਤੇ 10 ਗੁਣਾ ਵੱਧ ਦੂਰੀ ਤੇ ਪਹੁੰਚਾਂਗੇ। ਪਹਿਲਾਂ 1 ਮੀਟਰ, ਫਿਰ 10 ਮੀਟਰ, ਫਿਰ 100 ਮੀਟਰ, 1000 ਮੀਟਰ ਤੇ ਇਸ ਤਰ੍ਹਾਂ ਅੱਗੇ ਤੋਂ ਅੱਗੇ। ਜਿਤਨੀ ਦੂਰੀ ਤੱਕ ਸਾਡੀ ਸੋਚ ਸ਼ਕਤੀ ਜਾ ਸਕਦੀ ਹੈ ਉਤਨੀ ਦੂਰੀ ਤੱਕ ਅਸੀਂ ਅੱਗੇ ਵਧਾਂਗੇ ਤੇ ਫਿਰ ਵਾਪਸ ਮੁੜਾਂਗੇ ਜਿੱਥੋਂ ਚੱਲੇ ਸੀ, ਸਟਾਰਟਿੰਗ ਪੁਆਇੰਟ ਤੇ ਵਾਪਸ ਆ ਜਾਵਾਂਗੇ। ਵਾਪਸੀ ਦਾ ਸਫ਼ਰ ਅਸੀਂ ਛੇਤੀ ਮੁਕਾ ਲਾਂਗੇ ਤੇ ਫਿਰ ਅਗਲਾ ਸਫ਼ਰ ਸ਼ੁਰੂ ਕਰਾਂਗੇ ਦੂਜੀ ਦਿਸ਼ਾ ਵੱਲ। ਇਸ ਵਾਰੀ ਅਸੀਂ ਦੂਰੀ ਨੂੰ 10 ਦੇ ਅਨੁਪਾਤ ਵਿੱਚ ਘਟਾਉਂਦੇ ਜਾਵਾਂਗੇ ਤੇ ਸੂਖਸ਼ਮ ਬ੍ਰਹਿਮੰਡ ਦੇ ਧੁਰ ਅੰਦਰ ਪਹੁੰਚਣ ਦਾ ਯਤਨ ਕਰਾਂਗੇ, ਪਰ ਉਸ ਹੱਦ ਤੱਕ ਹੀ ਜਿੱਥੇ ਤੱਕ ਸਾਡੀ ਸੋਚ ਜਾ ਸਕਦੀ ਹੈ। ਤਾਂ ਪਹਿਲਾ ਟ੍ਰਿਪ ਦਾ ਹਿੱਸਾ ਸਾਡਾ ਹੋਏਗਾ ਅਸੀਂ ਧਰਤੀ ਤੋਂ ਉੱਪਰ ਨੂੰ ਉੱਡਾਂਗੇ ਤੇ ਵੱਧ ਤੋਂ ਵੱਧ ਦੂਰੀ ਤੱਕ ਜਾਂਦੇ ਰਵਾਂਗੇ। ਫਿਰ ਅਸੀਂ ਵਾਪਸ ਧਰਤੀ ਤੇ ਆਵਾਂਗੇ ਤੇ ਫਿਰ ਧੁਰ ਅੰਦਰ ਇੱਕ ਕਿਸੇ ਵੀ ਫਲ ਬੂਟੇ ਦੇ ਉੱਤੇ ਉਹਦੇ ਅੰਦਰ ਜਾਵਾਂਗੇ, ਉਹਦੇ ਅੰਦਰ ਤੱਕ ਐਟਮ ਤੱਕਣ ਉਸ ਦੇ ਅੰਦਰ ਤੱਕਣ ਜਾ ਕੇ ਦੇਖਣ ਦੀ ਕੋਸ਼ਿਸ਼ ਕਰਾਂਗੇ ਜਿੱਥੇ ਤੱਕ ਇਨਸਾਨ ਦੀ ਸੋਚ ਕੰਮ ਕਰਦੀ ਹੈ। ਸ਼ੁਭ ਯਾਤਰਾ ਸਾਰਿਆਂ ਨੂੰ, ਇੰਜੋਏ ਕਰੋ ਜੀ। ਤਾਂ 10 to the power 0 ਯਾਨੀ ਕਿ 1 ਮੀਟਰ ਦੀ ਉਚਾਈ ਤੇ ਬਾਗ ਵਿੱਚ ਲੱਗੀਆਂ ਹੋਈਆਂ ਪੱਤੀਆਂ ਤੋਂ ਇਹ ਸਾਨੂੰ ਇਸ ਤਰੀਕੇ ਦਾ ਨਜ਼ਾਰਾ ਨਜ਼ਰ ਆਉਂਦਾ ਹੈ
तो मैं एक बेनती कर दिया कि इस प्रेजेंटेशन ਦੇ ਵਿੱਚ ਫੋਟੋਆਂ ਜਿਹੜੀਆਂ ਹਨ, ਪਿਕਚਰਸ ਜਿਹੜੀਆਂ ਹਨ, ਉਹ ਬਹੁਤ ਜ਼ਰੂਰੀ ਹਨ ਦੇਖਣੀਆਂ। ਕਈ ਵਾਰੀ ਲੋਕ ਸਿਰਫ ਕੰਨਾਂ 'ਚ ਈਅਰਫੋਨ ਲਗਾ ਕੇ ਤੇ ਮੈਟਰ ਸੁਣ ਲੈਂਦੇ ਹਨ ਤੇ ਸਾਹਮਣੇ ਸਕਰੀਨ ਨਹੀਂ ਦੇਖਦੇ। ਪਰ ਇਸ ਪ੍ਰੈਜੈਂਟੇਸ਼ਨ ਦੇ ਵਾਸਤੇ ਸਕਰੀਨ ਦੇ ਉੱਤੇ ਵੀ ਧਿਆਨ ਦੇਣਾ ਜ਼ਰੂਰੀ ਹੋਏਗਾ। तो अलग-अलग तरह ਦੀਆਂ ਜੋ ਪਿਕਚਰਸ ਆਉਣਗੀਆਂ ਡਿਫਰੈਂਟ ਦੂਰੀ ਤੋਂ, ਉਹ ਇੰਟਰਸਟਿੰਗ ਹਨ ਔਰ ਮੇਨ ਇਸ ਪ੍ਰੈਜੈਂਟੇਸ਼ਨ ਦਾ ਮੇਨ ਪਾਰਟ ਹੀ ਉਹ ਫੋਟੋਆਂ ਹੀ ਹਨ। ਸੋ 1 ਮੀਟਰ ਦੀ ਉਚਾਈ ਤੋਂ ਸਾਨੂੰ ਇਹ ਪੱਤੀਆਂ ਕੁਝ ਇਸ ਤਰ੍ਹਾਂ ਨਜ਼ਰ ਆਉਂਦੀਆਂ ਹਨ। 10 ਮੀਟਰ ਦੀ ਉਚਾਈ ਤੇ ਹੁਣ ਅਸੀਂ ਯਾਤਰਾ ਆਪਣੀ ਸ਼ੁਰੂ ਕਰ ਲਈ ਹੈ। 10 ਗੁਣਾ ਅਗਲਾ ਸਟੈਪ ਲੈ ਲਿਆ ਹੈ ਤੇ ਹੁਣ ਇਹ ਪਿਕਚਰ ਕੁਝ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਜਦੋਂ ਥੋੜੀ ਡਿਟੇਲ ਘਟ ਜਾਂਦੀ ਹੈ। 100 ਮੀਟਰ ਦੀ ਉਚਾਈ ਤੇ ਸਾਨੂੰ ਬਾਗ ਦੀ ਹੱਦ ਤੇ ਆਸ-ਪਾਸ ਦੀ ਹੋਰ ਉਸਾਰੀ ਵੀ ਨਜ਼ਰ ਆਣੀ ਸ਼ੁਰੂ ਹੋ ਜਾਏਗੀ। ਹੁਣ 100 ਮੀਟਰ ਦਾ ਸਾਡਾ ਦੇਖਣ ਦਾ ਜਿਹੜਾ ਘੇਰਾ ਹੈ ਉਹ ਵੱਡਾ ਹੋ ਗਿਆ ਹੈ। ਜਿੱਥੋਂ ਅਸੀਂ ਸ਼ੁਰੂਆਤ ਕੀਤੀ ਸੀ ਉਹ ਇਸ ਲਾਲ ਸਕੁਅਰ ਦੇ ਵਿੱਚ ਨਜ਼ਰ ਆ ਰਿਹਾ ਹੈ। ਉਸ ਬਾਗ ਦਾ ਉਹ ਹਿੱਸਾ ਜਿਹੜਾ ਪਹਿਲੀ ਪਿਕਚਰ 'ਚ ਦੇਖਿਆ ਗਿਆ ਸੀ। 1 ਕਿਲੋਮੀਟਰ ਯਾਨੀ ਕਿ 1000 ਮੀਟਰ 10 to the power 3। ਇਸ ਉਚਾਈ ਤੋਂ ਅਸੀਂ ਪੈਰਾਸ਼ੂਟ ਦੇ ਸਹਾਰੇ ਛਾਲ ਮਾਰ ਕੇ ਹੇਠਾਂ ਪਹੁੰਚ ਸਕਦੇ ਹਾਂ। ਪਰ ਇਹ ਨਜ਼ਾਰਾ ਕਿਹੋ ਜਿਹਾ ਹੈ ਇਹ ਆਪ ਜੀ ਦੇਖ ਸਕਦੇ ਹੋ। ਹੁਣ ਉਹ ਸਕੁਅਰ ਦੇਖੋ ਤੇ ਉਹਦੇ ਆਲੇ ਦੁਆਲੇ ਦਾ ਨਜ਼ਾਰਾ ਕੀ ਬਣ ਗਿਆ ਹੈ। ਸ਼ਹਿਰ ਦਾ ਕਾਫੀ ਹਿੱਸਾ ਨਜ਼ਰ ਆਣਾ ਸ਼ੁਰੂ ਹੋ ਗਿਆ ਹੈ। 10 ਕਿਲੋਮੀਟਰ ਦੀ ਉਚਾਈ ਤੇ ਹੁਣ ਸ਼ਹਿਰ ਨਜ਼ਰ ਤਾਂ ਆ ਰਿਹਾ ਹੈ ਪਰ ਹੁਣ ਘਰ ਨਜ਼ਰ ਨਹੀਂ ਆਉਂਦੇ। ਹੁਣ 100 ਕਿਲੋਮੀਟਰ ਦੀ ਉਚਾਈ ਤੇ ਅਸੀਂ ਪਹੁੰਚ ਗਏ ਹਾਂ ਤੇ ਹੁਣ ਜਿਹੜਾ ਇਹ ਲਾਲ ਸਕੁਅਰ ਵਰਗ ਜਿਹੜਾ ਹੈ ਉਹਦੇ ਅੰਦਰ ਅਮਰੀਕਾ ਦਾ ਪੂਰਾ ਫਲੋਰੀਡਾ ਸਟੇਟ ਜਿਹੜਾ ਹੈ ਉਹ ਕਵਰ ਹੋ ਰਿਹਾ ਹੈ। ਹੁਣ ਜਿਹੜਾ ਇਹ ਲਾਲ ਵਰਗ ਹੈ, ਜਿਹੜਾ ਰੈੱਡ ਸਕੁਅਰ ਹੈ, ਇਹ ਪੂਰੇ ਫਲੋਰੀਡਾ ਸਟੇਟ ਨੂੰ ਕਵਰ ਕਰ ਰਿਹਾ ਹੈ। 1000 ਕਿਲੋਮੀਟਰ ਦੀ ਉਚਾਈ ਤੇ ਹੁਣ ਸਪੇਸ ਦੇ ਵਿੱਚੋਂ ਇਸ ਤਰ੍ਹਾਂ ਦਾ ਧਰਤੀ ਦਾ ਨਜ਼ਾਰਾ ਨਜ਼ਰ ਆਏਗਾ। ਸਮੁੰਦਰ ਦਾ ਵੀ ਕਾਫੀ ਵੱਡਾ ਹਿੱਸਾ ਸਾਨੂੰ ਨਜ਼ਰ ਆ ਰਿਹਾ ਹੈ। ਇਹ ਰੈੱਡ ਸਕੁਅਰ ਅਜੇ ਵੀ ਫਲੋਰੀਡਾ ਸਟੇਟ ਦਾ ਹਿੱਸਾ ਦਿਖਾ ਰਿਹਾ ਹੈ। ਹੁਣ ਅਸੀਂ 10,000 ਕਿਲੋਮੀਟਰ ਦੀ ਉਚਾਈ ਤੇ ਹਾਂ ਤੇ ਹੁਣ ਇਹ ਨਾਰਦਰਨ ਹੈਮੀਸਫੀਅਰ ਧਰਤੀ ਦਾ ਉਤਰਾਧ ਅਤੇ ਦੱਖਣੀ ਅਮਰੀਕਾ ਦਾ, ਸਾਊਥ ਅਮਰੀਕਾ ਦਾ ਕੁਝ ਹਿੱਸਾ ਉਹ ਪੂਰਾ ਨਜ਼ਰ ਆਉਣਾ ਸ਼ੁਰੂ ਹੋ ਗਿਆ। 10,000 ਕਿਲੋਮੀਟਰ ਦੀ ਉਚਾਈ ਤੋਂ ਇਸ ਤਰ੍ਹਾਂ ਸਾਨੂੰ ਧਰਤੀ ਦਾ ਨਜ਼ਾਰਾ ਨਜ਼ਰ ਆਵੇਗਾ ਜਿਹਦੇ ਵਿੱਚ ਪੂਰਾ ਨਾਰਦਰਨ ਹੈਮੀਸਫੀਅਰ ਹੈ ਤੇ ਸਾਊਥ ਅਮਰੀਕਾ ਦਾ ਕੁਝ ਇੱਕ ਪਾਰਟ ਨਜ਼ਰ ਆ ਰਿਹਾ ਹੈ। ਰੈੱਡ ਸਕੁਅਰ ਅਜੇ ਵੀ ਉਹ ਫਲੋਰੀਡਾ ਸਟੇਟ ਦੇ ਉੱਤੇ ਹੀ ਆਪਣਾ ਨਿਸ਼ਾਨੀ ਦਿਖਾ ਰਿਹਾ ਹੈ। 1 ਲੱਖ ਕਿਲੋਮੀਟਰ ਦੀ ਉਚਾਈ ਤੇ ਹੁਣ ਇਹ ਸਾਡੀ ਧਰਤੀ ਹੈ। ਪੂਰੇ ਦਾ ਪੂਰਾ ਜਿਹੜਾ ਗੋਲ ਸਫੀਅਰ ਸਾਨੂੰ ਨਜ਼ਰ ਆ ਰਿਹਾ ਹੈ। ਇਹ ਰੈੱਡ ਸਕੁਅਰ ਨੇ ਹੁਣ ਪੂਰੀ ਧਰਤੀ ਨੂੰ ਕਵਰ ਕਰ ਲਿਆ ਹੈ। ਆਲੇ ਦੁਆਲੇ ਇਹ ਸਭ ਤਾਰੇ ਨਜ਼ਰ ਆ ਰਹੇ ਹਨ 1 ਲੱਖ ਕਿਲੋਮੀਟਰ ਦੀ ਉਚਾਈ ਤੋਂ। ਲਓ ਜੀ, 10 ਲੱਖ ਕਿਲੋਮੀਟਰ ਦੀ ਉਚਾਈ ਤੇ ਪਹੁੰਚ ਕੇ ਹੁਣ ਧਰਤੀ ਉਹ ਬਿਲਕੁਲ ਨਿੱਕਾ ਜਿਹਾ ਜਿਹੜਾ ਗੋਲਾ ਰੈੱਡ ਸਕੁਅਰ ਦੇ ਅੰਦਰ ਹੈ ਉਹ ਸਾਡੀ ਧਰਤੀ ਹੈ। ਇਹ ਜਿਹੜਾ ਬਾਹਰ ਵਾਈਟ ਇਲਿਪਟੀਕਲ ਜੋ ਸਾਨੂੰ ਨਜ਼ਰ ਆ ਰਹੀ ਹੈ ਲਾਈਨ, ਉਹ ਚੰਦਰਮਾ ਦੀ ਆਰਬਿਟ ਹੈ। ਚੰਦਰਮਾ ਧਰਤੀ ਦੇ ਦੁਆਲੇ ਇਸ ਆਰਬਿਟ ਦੇ ਵਿੱਚ ਘੁੰਮਦਾ ਹੈ ਤੇ ਧਰਤੀ 10 ਲੱਖ ਕਿਲੋਮੀਟਰ ਤੋਂ ਬਸ ਇੰਜ ਨਿੱਕੇ ਜਿਹਾ ਇੱਕ ਬਿੰਦੀ ਵਰਗੀ ਨਜ਼ਰ ਆਉਂਦੀ ਹੈ ਤੇ ਆਲੇ ਦੁਆਲੇ ਬਾਕੀ ਸਾਰਾ ਅਸਮਾਨ ਜੋ ਨਜ਼ਾਰਾ ਹੈ ਇਹ 10 ਲੱਖ ਕਿਲੋਮੀਟਰ ਦੀ ਉਚਾਈ ਤੇ ਹੈ। ਲਓ ਜੀ, ਹੁਣ ਅਸੀਂ ਪਹੁੰਚ ਗਏ 1 ਕਰੋੜ ਕਿਲੋਮੀਟਰ। ਇਹ ਨੀਲੇ ਰੰਗ ਦੇ ਵਿੱਚ ਜੋ ਲਾਈਨ ਨਜ਼ਰ ਆ ਰਹੀ ਹੈ ਇਹ ਹੁਣ ਧਰਤੀ ਦੀ ਆਰਬਿਟ ਦਾ ਇੱਕ ਹਿੱਸਾ ਹੈ ਜੋ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ। ਇਹ ਧਰਤੀ ਕਿੱਥੇ ਹੈ ਜੀ? ਉਹ ਵਾਈਟ ਇਲਿਪਸ, ਸਫੇਦ ਇਲਿਪਸ ਦੇ ਅੰਦਰ ਉਹ ਜਿਹੜਾ ਇੱਕ ਛੋਟਾ ਜਿਹਾ ਚਿੱਟਾ ਬਿੰਦੂ ਨਜ਼ਰ ਆ ਰਿਹਾ ਹੈ, ਛੋਟੀ ਜਿਹੀ ਚਿੱਟੀ ਬਿੰਦੀ ਜਿਹੜੀ ਹੈ ਉਹ ਧਰਤੀ ਹੈ। ਇਹ ਚਿੱਟਾ ਇਲਿਪਸ ਜਿਹੜਾ ਹੈ ਇਹ ਚੰਦਰਮਾ ਦੀ ਆਰਬਿਟ ਹੈ
ਤੇ ਜਿਹੜੀ ਨੀਲੀ ਲਾਈਨ ਵੱਡੀ ਚੌੜੀ ਵਾਲੀ ਹੈ, ਇਹ ਧਰਤੀ ਦੀ ਆਰਬਿਟ ਹੈ, ਜੋ ਸੂਰਜ ਦੇ ਦੁਆਲੇ ਜਿਸ ਜਿਸ ਰਾਹ ਤੇ ਧਰਤੀ ਚਲਦੀ ਹੈ ਸੂਰਜ ਦੇ ਆਸ-ਪਾਸ। ਇਹ ਨਜ਼ਾਰਾ ਹੈ 1 ਕਰੋੜ ਕਿਲੋਮੀਟਰ ਦਾ। 10 ਕਰੋੜ ਕਿਲੋਮੀਟਰ। ਹੁਣ ਧਰਤੀ ਤਾਂ ਲੱਭਦੀ ਨਹੀਂ, ਇਸ ਸਕੁਅਰ ਦੇ ਅੰਦਰ ਕਿਧਰੇ ਹੈ। ਇਹ ਨੀਲੀ ਲਾਈਨ ਜਿਹੜੀ ਹੈ ਉਹ ਧਰਤੀ ਦੀ ਆਰਬਿਟ ਹੈ, ਤੇ ਜਿਹੜੀ ਹਰੀ ਲਾਈਨ ਹੁਣ ਨਜ਼ਰ ਆਣੀ ਸ਼ੁਰੂ ਹੋ ਗਈ ਹੈ ਉਹ ਵੀਨਸ, ਸ਼ੁੱਕਰ ਗ੍ਰਹਿ ਜਿਹੜਾ ਹੈ, ਇਹ ਉਸ ਦੀ ਆਰਬਿਟ ਹੈ ਜਿਹੜੀ ਸੂਰਜ ਦੇ ਦੁਆਲੇ ਉਹ ਆਰਬਿਟ ਕਰਦਾ ਹੈ। तो नीली लाइन धरती दी है ऑर्बिट, हरी लाइन वीनस दी है। ये है नज़ारा 10 करोड़ किलोमीटर का। 1 अरब किलोमीटर यानी 100 करोड़। 100 करोड़ किलोमीटर हुण बस इस पिक्चर के अंदर सिर्फ ऑर्बिट्स ही नज़र आ रही हैं प्लैनेट दियां। हुण जिहड़ी ये वाइट ऑर्बिट है ये मरकरी दी है, ਤੇ ग्रीन ऑर्बिट्स हरे रंग की जड़ी है वो शुक्र वीनस की है, नीली धरती की है, ते लाल रंग की जड़ी है ऑर्बिट वो है मंगल ग्रह की, ते पीली वाली जड़ी बिल्कुल बाहर बाहर है जिहदे सिर्फ टोटे नज़र आ रहे हैं वो जुपिटर की है, बृहस्पति की। तो ये सारे प्लैनेट्स दियां सिर्फ ऑर्बिट्स नज़र आ रही हैं। ते धरती है तो उस रेड स्क्वेयर के अंदर ही, पर कित्थे है उसकी बिंदी तक भी नज़र नहीं आ रही। सिर्फ धरती की ऑर्बिट नीली जड़ी है वो नज़र आ रही है। तो सब तो अंदर वाइट ऑर्बिट मरकरी, ग्रीन ऑर्बिट वीनस, जड़ी नीली है वो जमीन दी है, लाल मंगल दी, पीली बृहस्पति दी। ये है नज़ारा 1 अरब किलोमीटर का। 10 अरब किलोमीटर। हुण सौर मंडल तकरीबन पूरा नज़र आ रहा है, ते सारे ग्रह दियां ऑर्बिट्स नज़र आ रही हैं। तो ये इस तरीके दे नाल नीले रंग वाली ऑर्बिट जिहड़ी है वो धरती दी है, बाकी दूजे प्लैनेट्स दियां ऑर्बिट्स हैं। 100 अरब किलोमीटर। हुण ये सारा सौर मंडल बस इन्ना कु रह गया है जिन्ना सारा इस रेड स्क्वेयर के अंदर है। हुण सोचण दी गल है, ਇਹਦੇ अंदर सूरज भी है, सारे दे सारे प्लैनेट्स भी हैं, ते एक निक्का जिन्ना 1 इंच का लाल रंग का जिहड़ा वर्ग है 1 इंच स्क्वेयर, ਉਹਦੇ अंदर ये सारा सोलर सिस्टम कंप्लीटली इस पिक्चर च नज़र आ रहा है। ते आले दुआले बस सिर्फ तारे ही तारे हैं। ये है जी 10 टू द पावर 14 यानी 100 अरब किलोमीटर की ऊंचाई ते ये नज़ारा बनता है। हुण आ गई गल 10 टू दी 10 टू दी पावर 15। ਉਹ ਜਿਹੜਾ ਸੌਰ ਮੰਡਲ ਪਹਿਲਾਂ 1 ਇੰਚ ਦੇ ਸਕੁਅਰ ਵਿੱਚ ਪੂਰਾ ਕਵਰ ਕਰ ਰਿਹਾ ਸੀ, ਹੁਣ ਉਹਦੇ ਅੰਦਰ ਵੀ ਇੱਕ ਨਿੱਕਾ ਜਿਹਾ ਹਿੱਸਾ ਰਹਿ ਗਿਆ ਹੈ, ਤੇ ਬਸ ਹੋਰ ਤਾਰੇ ਹੀ ਤਾਰੇ ਹਨ। ਤੇ ਸੂਰਜ ਵੀ ਜਿਹੜਾ ਹੈ ਉਹ ਲੱਖਾਂ ਤਾਰਿਆਂ ਦੇ ਵਿਚਕਾਰ ਇੱਕ ਨਿੱਕਾ ਜਿਹਾ ਤਾਰਾ ਹੈ, ਤੇ ਪਲੈਨਟ ਦੀ ਆਰਬਿਟ ਤਾਂ ਪਤਾ ਨਹੀਂ ਕਿੱਥੇ ਹਨ, ਕੋਈ ਉਹਨਾਂ ਦੀ ਨਜ਼ਰ ਹੀ ਨਹੀਂ ਆ ਰਹੀ ਕਿ ਕੀ ਹੁੰਦਾ ਉਹਨਾਂ ਦੀ। तो ये सारे नज़ारे के अंदर ये जड़ा लाल स्क्वेयर के अंदर एक निक्का जिहा वाइट डॉट है, ये सूरज है। टेन टू द पावर 16 जड़ा के बराबर है 1 लाइट ईयर दे, 1 लाइट ईयर यानी कि जे रोशनी 1 लाख जड़ी 3 लाख किलोमीटर प्रति सैकेंड की स्पीड के उत्ते रोशनी चलती है, तो जिन्नी दूरी वो 1 साल में कवर करती है उन्ना डिस्टेंस है विच इज़ अप्रोक्सीमेटली 10 टू द पावर 16 मीटर्स यानी कि 1 लाइट ईयर। तो इत्थे हुण सूरज जिहड़ा है मसा ही वो एक बिंदी नज़र आ रही है, होर कुछ नहीं है। 10 टू द पावर 17 यानी कि 10 रोशनी वरे 10 लाइट ईयर्स। हुण वो स्क्वेयर की बाउंड्री सानू नज़र आ रही है, पर सौर मंडल कित्थे है, सूरज कित्थे है, कुछ अंदाज़ा नहीं है। तो ये सब कुछ सिर्फ अंदाज़ा ही अंदाज़ा है इस बेअंत नज़ारे के अंदर, पर अजे असी होर अगे जाना है।
10 टू द पावर 18 यानी कि 100 लाइट ईयर्स। ਹੁਣ बस सिर्फ तारे ही तारे हैं, एक सुन है खाली, होर कुछ भी नहीं है कि एक चीज़ ਨੂੰ ਦੂਜੀ ਚੀਜ਼ ਨਾਲੋਂ ਕਿਵੇਂ ਡਿਫਰੈਂਸ਼ੀਏਟ ਕਰੋਗੇ, ਕਿਵੇਂ ਆਇਡੈਂਟੀਫਾਈ ਕਰੋਗੇ, ਕਿਵੇਂ ਪਛਾਣੋਗੇ, ਕੁਝ ਅੰਦਾਜ਼ਾ ਨਹੀਂ ਹੈ, ਸਭ ਆਪਣੀ ਇਮੇजिनेशन ਦੇ ਉੱਤੇ ਹੀ ਹੈ। तो ना सोलर सिस्टम नजर आ रहा है, ना ही पता है कि होर कुछ की है, कोई ऑर्बिट सन कुछ भी नहीं है, सिर्फ यही नज़ारा ही है। ये है जी 100 लाइट ईयर्स, 10 टू द पावर 19, 1000 लाइट ईयर्स, 1000 रोशनी बरे। ये मिल्की वे ਜਿਹੜੀ ਗੈਲੈਕਸੀ ਦਾ ਪਾਰਟ ਸਾਡਾ ਸਿਸਟਮ ਹੈ, ਸਾਡਾ ਸੋਲਰ ਸਿਸਟਮ, ਇਸ ਮਿਲਕੀ ਵੇ ਜਿਹਨੂੰ ਦੁੱਧੀ ਰਾਹ ਵੀ ਕਿਹਾ ਜਾਂਦਾ ਹੈ, ਜਿਹਨੂੰ ਆਕਾਸ਼ ਗੰਗਾ ਵੀ ਕਹਿੰਦੇ ਹਨ, ਉਹ ਇਹ ਮਿਲਕੀ ਵੇ ਦਾ ਨਜ਼ਾਰਾ ਹੈ। ਉਹ ਇੱਥੇ ਕਿੱਥੇ ਸੋਲਰ ਸਿਸਟਮ ਹੈ, ਕਿੱਥੇ ਬਾਕੀ ਹੋਰ ਤਾਰੇ ਹਨ, ਕੁਝ ਨਹੀਂ ਪਤਾ, ਬਸ ਇਹ ਇਸ ਤਰੀਕੇ ਦਾ ਨਜ਼ਾਰਾ ਹੈ। ਲੇਕਿਨ ਇਹ ਡਿਸਟੈਂਸ ਹੈ 1000 ਲਾਈਟ ਈਅਰ ਸਾਡੇ ਤੋਂ, ਯਾਨੀ ਇੱਥੋਂ ਜਿਹੜੀ ਲਾਈਟ ਤੁਰਦੀ ਹੈ ਉਹ 1000 ਸਾਲ ਪਿੱਛੋਂ ਸਾਨੂੰ ਨਜ਼ਰ ਆਉਂਦੀ ਹੈ। ਜਾਂ ਅੱਜ ਜੋ ਇਸ ਮਿਲਕੀ ਵੇ ਦਾ ਹਿੱਸਾ ਜੇ ਸਾਨੂੰ ਕੁਝ ਨਜ਼ਰ ਆ ਰਿਹਾ ਹੈ, ਤਾਂ ਉਹ ਉੱਥੋਂ ਇਹ ਰੋਸ਼ਨੀ 1000 ਸਾਲ ਪਹਿਲਾਂ ਤੁਰੀ ਸੀ, ਜੋ ਅੱਜ ਵੇਖ ਰਹੇ ਹਾਂ ਅਸੀਂ। 10 टू द पावर 20, ਹੁਣ ਅਸੀਂ ਮਿਲਕੀ ਵੇ ਦੇ ਅੰਦਰ ਹਾਂ ਤੇ ਹੋਰ ਕੁਝ ਵੀ ਨਹੀਂ ਹੈ, ਬਸ ਇਹ ਵਾਈਟ, ਕਿਉਂਕਿ ਇਹਦੀ ਸਫੇਦ ਇਸ ਤਰੀਕੇ ਦੀ ਭਾਅ ਮਾਰਦੀ ਹੈ, ਤਾਂ ਇਹਨੂੰ ਇਸੇ ਕਰਕੇ ਮਿਲਕੀ ਵੇ ਕਿਹਾ ਜਾਂਦਾ ਹੈ। ਇਹਨੂੰ ਪੰਜਾਬੀ 'ਚ ਅਸੀਂ ਦੁੱਧੀ ਰਾਹ ਦਾ ਨਾਮ ਦਿੱਤਾ ਹੈ। 10 टू द पावर 21, 100,000 ਲਾਈਟ ਈਅਰਸ। ਇਹ ਹੁਣ ਦੁੱਧੀ ਰਾਹ ਜਿਹੜਾ ਮਿਲਕੀ ਵੇ ਹੈ, ਇਹ ਉਹਦੇ ਐਜ ਤੇ ਆ ਗਏ, ਅਸੀਂ ਕਿਨਾਰੇ ਤੇ ਪਹੁੰਚ ਗਏ ਹਾਂ 1 ਲੱਖ ਲਾਈਟ ਈਅਰਸ ਦੇ ਬਾਅਦ। 10 टू द पावर 22, 10 ਲੱਖ ਲਾਈਟ ਈਅਰਸ। ਹੁਣ ਮਿਲਕੀ ਵੇ ਇਹ ਅਲੱਗ ਤੋਂ ਨਜ਼ਰ ਆਣੀ ਸ਼ੁਰੂ ਹੋ ਗਈ ਹੈ। ਜਿਹੜਾ ਰੈੱਡ ਸਟੇਅਰ ਦੇ ਥੱਲੇ ਜਿਹੜਾ ਵਾਈਟ ਗੋਲਾ ਜਿਹਾ ਕੁਛ ਇੱਕ ਸ਼ਕਲ ਬਣੀ ਹੋਈ ਹੈ, ਇਹ ਪੂਰੀ ਦੀ ਪੂਰੀ ਗੈਲੈਕਸੀ ਹੈ ਜਿਹਨੂੰ ਮਿਲਕੀ ਵੇ ਕਹਿੰਦੇ ਹਨ, ਤੇ ਇਹਦੇ ਅੱਗੇ ਪਿੱਛੇ ਦੂਸਰੀਆਂ ਗੈਲੈਕਸੀਆਂ ਹਨ। ਇਹ ਹੈ 10 ਲੱਖ ਲਾਈਟ ਈਅਰਸ ਦਾ ਨਜ਼ਾਰਾ। ਤੇ ਹੁਣ 10 टू द पावर 23, 1 ਕਰੋੜ ਰੋਸ਼ਨੀ ਵਰੇ। ਇੱਥੇ ਆ ਕੇ ਸਾਰੀਆਂ ਗੈਲੈਕਸੀਜ਼ ਵੀ ਛੋਟੀਆਂ ਲੱਗਦੀਆਂ ਹਨ ਤੇ ਵਿਚਕਾਰ ਬਸ ਬਲੈਂਕ ਹੀ ਬਲੈਂਕ ਹੈ, ਸਿਰਫ ਕਲਾ। ਇਹ ਜਿਹੜਾ ਹੁਣ ਰੈੱਡ ਸਟੇਅਰ ਦੇ ਅੰਦਰ ਉਹ ਛੋਟਾ ਜਿਹਾ ਵਾਈਟ ਇੱਕ ਸਰਕਲ ਤੇ ਇੱਕ ਛੋਟੀ ਜਿਹੀ ਬਿੰਦੀ ਨਜ਼ਰ ਆ ਰਹੀ ਹੈ, ਉਹ ਸਾਡੀ ਮਿਲਕੀ ਵੇ ਗੈਲੈਕਸੀ ਹੈ। ਤੇ ਉਹਦੇ ਅੱਗੇ ਪਿੱਛੇ ਇੱਕ ਦੋ ਗੈਲੈਕਸੀਆਂ ਜਿਹੜੀਆਂ ਪਹਿਲੇ ਥੋੜੀਆਂ ਵੱਡੀਆਂ ਨਜ਼ਰ ਆਉਂਦੀਆਂ ਸਨ, ਉਹ ਨਜ਼ਰ ਆ ਰਹੀਆਂ ਹਨ, ਤੇ ਬਸ ਬਾਕੀ ਸਭ ਬਲੈਂਕ ਹੀ ਬਲੈਂਕ ਹੈ। ਪਰ ਹੁਣ ਆਪਣੀ ਸੋਚ ਸ਼ਕਤੀ ਦੇ ਸਹਾਰੇ ਅਸੀਂ ਹੋਰ ਵੀ ਅੱਗੇ ਜਾ ਸਕਦੇ ਹਾਂ, ਪਰ ਸਾਨੂੰ ਸਿਰਫ ਕੀ ਮਿਲੇਗਾ, ਇੱਕ ਬਲੈਂਕ ਸਪੇਸ, ਇੱਕ ਖਲਾ। ਸੋ ਇਸ ਕਰਕੇ ਉਸ ਪਿਕਚਰ ਦੇ ਵਿੱਚ ਔਰ ਇਸ ਪਿਕਚਰ ਦੇ ਵਿੱਚ ਕੋਈ ਬਹੁਤ ਜ਼ਿਆਦਾ ਫਰਕ ਹੋਏਗਾ ਨਹੀਂ। ਇਹ 10 टू द पावर 23 ਤੱਕ 1 ਕਰੋੜ ਲਾਈਟ ਈਅਰਸ ਤੱਕ ਅਸੀਂ ਇਮੇजिनेशन ਨਾਲ ਜੋ ਸਾਨੂੰ ਸਮਝ ਸਾਇੰਸ ਨੇ ਦਿੱਤੀ ਹੈ, ਉਹਦੇ ਮੁਤਾਬਕ ਇਹ ਨਜ਼ਾਰਾ ਅਸੀਂ ਦੇਖਿਆ ਹੈ। तो इतों ਅਸੀਂ वापसी की अपनी यात्रा शुरू करते हाँ, जितों चले सां उत्थे ही वापस पहुंचांगे, पर एक एक स्टैप असी वापस तुरदे चलांगे, पर ज़्यादा रुकांगे नहीं, कोई गल नहीं करांगे, सिर्फ एक नज़र मारांगे तो अगे चल पाएंगे। वापस 10 टू द पावर 22 हुण ये वही 3 गैलैक्सियां हैं। जिहड़ी वड्डी वाली सेंटर की गैलैक्सी है वो मिल्की वे है, दूजियां 2 डिफरेंट होर हैं। 10 टू द पावर 21 ਇਹ ਹੁਣ ਅਸੀਂ ਮਿਲਕੀ ਵੇ ਦੇ ਕਿਨਾਰੇ ਦੇ ਉੱਤੇ ਹਾਂ। 10 टू द पावर 20 ਮਿਲਕੀ ਵੇ ਦੇ ਅਸੀਂ ਅੰਦਰ ਹਾਂ। 10 टू द पावर 19 ਇਹ ਮਿਲਕੀ ਵੇ ਦਾ ਪਾਰਟ ਹੈ। ਇਹ ਰੈੱਡ ਸਟੇਅਰ ਦੇ ਅੰਦਰ ਛੋਟਾ ਜਿਹਾ ਜਿਹੜਾ ਹਿੱਸਾ ਹੈ ਉਹ ਸੋਲਰ ਸਿਸਟਮ ਹੈ। 17, 16, 15, 14 ਤੇ ਹੁਣ ਸੋਲਰ ਸਿਸਟਮ ਜਿਹੜਾ ਹੈ ਉਹ ਇਸ ਰੈੱਡ ਸਟੇਅਰ ਦੇ ਅੰਦਰ ਕੰਪਲੀਟ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ। ਉਹ ਪਲੈਨਟ ਦੀਆਂ ਜਿਹੜੀਆਂ ਆਰਬਿਟਸ ਨੇ ਉਹ ਵੀ ਨਜ਼ਰ ਆ ਰਹੀਆਂ ਨੇ। 10 टू द पावर 13 ਇਹ ਹੁਣ ਆਰਬਿਟਸ ਵੱਡੀਆਂ ਹੋ ਗਈਆਂ। 10 टू द पावर 12, 11 ਇਹ ਹੁਣ ਨੀਲੀ ਜਿਹੜੀ ਹੈ ਉਹ ਫਿਰ ਧਰਤੀ ਦੀ ਹੈ। ਇਹ ਹੁਣ ਜ਼ਮੀਨ ਦੀ ਆਰਬਿਟ ਹੈ। 10 टू द पावर 9 ਇਹ ਹੁਣ ਧਰਤੀ ਇਹ ਨਜ਼ਰ ਆ ਰਹੀ ਹੈ ਹੁਣ ਸਕੁਏਅਰ ਦੇ ਅੰਦਰ।
ਹੁਣ ਧਰਤੀ ਪੂਰੇ ਸਕੁਅਰ ਨੂੰ ਕਵਰ ਕਰ ਰਹੀ ਹੈ। ਇਹ ਹੁਣ ਕੰਪਲੀਟ ਵਿਊ ਜ਼ਮੀਨ ਦਾ ਸਾਡਾ ਨਜ਼ਰ ਆ ਰਿਹਾ ਹੈ 10 to the power 7 ਦੇ ਡਿਸਟੈਂਸ ਤੇ। ਹੁਣ ਪਹਿਲੀ ਵਾਰ ਤੁਹਾਨੂੰ ਨਜ਼ਰ ਆਉਣਾ ਸ਼ੁਰੂ ਹੋਇਆ ਹੈ ਜੋ ਸਮੁੰਦਰ ਵੀ ਨਜ਼ਰ ਆ ਰਿਹਾ ਹੈ। ਇਹ ਰੈੱਡ ਸਕੁਅਰ ਜਿਹੜਾ ਹੈ ਫਲੋਰੀਡਾ ਸਟੇਟ ਦੇ ਉੱਪਰ ਹੈ 10 to the power 5 4 3 2। ਸੋ ਸੋਚਣ ਦੀ ਗੱਲ ਹੈ ਅਸੀਂ ਕਿੱਥੋਂ ਆਏ ਹਾਂ, ਅਸੀਂ ਕੀ ਹਾਂ, ਇਸ ਬ੍ਰਹਿਮੰਡ ਵਿੱਚ ਸਾਡੀ ਕੀ ਥਾਂ ਹੈ, ਅਸੀਂ ਕਿੱਥੇ ਜਾ ਰਹੇ ਹਾਂ। ਕਈ ਸਵਾਲ ਇਹੋ ਜਿਹੇ ਪੈਦਾ ਹੋ ਸਕਦੇ ਹਨ ਜਦੋਂ ਅਸੀਂ ਇਹ ਵਾਲੀ ਯਾਤਰਾ ਕੀਤੀ ਹੈ ਤਾਂ ਬਈ ਅਸੀਂ ਤਾਂ ਧਰਤੀ ਦੇ ਉੱਤੇ ਆਪਣੇ ਆਪ ਨੂੰ ਇੰਨਾ ਇੰਪੋਰਟੈਂਟ ਸਮਝਦੇ ਹਾਂ, ਛੋਟੀ ਛੋਟੀ ਚੀਜ਼ਾਂ ਦੇ ਉੱਤੇ ਅਸੀਂ ਆਪਣੀ ਮਲਕੀਅਤ ਬਣਾਉਂਦੇ ਹਾਂ, ਤੇ ਸਾਡੀ ਹੋਂਦ ਹੈ ਕੀ ਹੈ। ਇੱਕ ਧਰਤੀ ਜਿਹੜਾ ਇੱਕ ਛੋਟਾ ਜਿਹਾ ਪਲੈਨਟ ਹੈ, ਸੂਰਜ ਦੇ 9 ਪਲੈਨਟਸ ਦੇ ਵਿੱਚੋਂ ਇੱਕ ਪਲੈਨਟ ਹੈ। ਉਸ ਪਲੈਨਟ ਦੇ ਉੱਤੇ ਅਸੀਂ ਕਿਸੇ ਇੱਕ ਕੰਟਰੀ ਦੇ ਅੰਦਰ, ਕਿਸੇ ਇੱਕ ਸਟੇਟ ਦੇ ਅੰਦਰ, ਕਿਸੇ ਇੱਕ ਸ਼ਹਿਰ ਦੇ ਅੰਦਰ, ਕਿਸੇ ਇੱਕ ਉਸ ਸ਼ਹਿਰ ਦੀ ਇੱਕ ਕਲੋਨੀ ਦੇ ਅੰਦਰ, ਉਸ ਕਲੋਨੀ ਦੇ ਕਿਸੇ ਇੱਕ ਗਲੀ ਦੇ ਅੰਦਰ, ਇੱਕ ਘਰ ਦੇ ਅੰਦਰ ਅਸੀਂ ਰਹਿੰਦੇ ਹਾਂ। ਔਰ ਉਸ ਘਰ ਵਿੱਚ ਵੀ ਕਈ ਸਾਰੇ ਜੀਅ ਹੁੰਦੇ ਹਨ ਜਿਨ੍ਹਾਂ ਵਿੱਚੋਂ ਇੱਕ ਅਸੀਂ ਹਾਂ। ਇੱਕ ਇੰਡੀਵਿਜੂਅਲ ਉਹਦੀ ਹੋਂਦ ਕੀ ਹੈ। ਇਸ ਧਰਤੀ ਦੀ ਗੱਲ ਅਜੇ ਕੀਤੀ ਹੈ। ਧਰਤੀ ਜਿਹੜੀ ਕਿ 9 ਪਲੈਨਟਸ ਦੇ ਵਿੱਚੋਂ ਇੱਕ ਪਲੈਨਟ ਹੈ, ਕਿਹਦੀ? ਸੂਰਜ ਦੀ। ਤੇ ਸੂਰਜ ਕੀ ਹੈ? ਲੱਖਾਂ ਤਾਰੇ ਜਿਹੜੇ ਮਿਲਕੀ ਵੇ, ਇੱਕ ਗੈਲੈਕਸੀ ਦੇ ਤਾਰੇ ਲੱਖਾਂ ਤਾਰੇ ਹਨ, ਉਹਨਾਂ ਵਿੱਚੋਂ ਇੱਕ ਛੋਟਾ ਜਿਹਾ ਤਾਰਾ ਹੈ। ਤੇ ਇਹੋ ਜਿਹੀਆਂ ਹੋਰ ਅਣਗਿਣਤ ਹਜ਼ਾਰਾਂ ਨਹੀਂ ਲੱਖਾਂ ਹੀ ਗੈਲੈਕਸੀਆਂ ਹੋਰ ਹਨ ਇਸ ਬ੍ਰਹਿਮੰਡ ਦੇ ਅੰਦਰ। ਉਹ ਇਹ ਸਾਰੇ ਬ੍ਰਹਿਮੰਡ ਨੂੰ ਇਮੇਜਿਨ ਕਰੀਏ ਤੇ ਸਾਡੀ ਕੀ ਹਸਤੀ ਕੀ ਹੈ, ਕਰ ਕੀ ਰਹੇ ਹਾਂ ਅਸੀਂ, ਸੋਚਣ ਦੀ ਲੋੜ ਹੈ। ਖੈਰ ਅਸੀਂ ਆਪਣਾ ਸਫ਼ਰ ਜਾਰੀ ਰੱਖਦੇ ਹਾਂ, ਜਿੱਥੋਂ ਚੱਲੇ ਸਾਂ ਅਜੇ ਅਸੀਂ ਉੱਥੇ ਪਹੁੰਚੇ ਨਹੀਂ ਹਾਂ। तो ये हुन ਉੱਪਰ ਦੀ ਜਿਹੜੀ ਯਾਤਰਾ ਸੀ ਅਸੀਂ 10 to the power 23 ਤੱਕ ਅਸੀਂ ਇਮੇਜਿਨੇਸ਼ਨ ਦੇ ਨਾਲ ਸਫ਼ਰ ਕੀਤਾ ਸੀ। ਹੁਣ ਪਰ 10 to the power 2 ਤੇ ਫਿਰ ਯਾਨੀ ਕਿ 100 ਮੀਟਰ, ਇਹ 10 ਮੀਟਰ, ਤੇ ਹੁਣ ਅਸੀਂ ਪੁੱਠੇ ਪਾਸੇ ਚੱਲਾਂਗੇ 10 ਮੀਟਰ ਤੋਂ 1 ਮੀਟਰ, ਜਿੱਥੋਂ ਅਸੀਂ ਸ਼ੁਰੂ ਕੀਤੀ ਸੀ। ਜੇ ਅਸੀਂ ਚਾਹੀਏ ਤਾਂ ਇੱਥੇ ਪੱਤਿਆਂ ਨੂੰ ਛੋ ਵੀ ਸਕਦੇ ਹਾਂ, ਇੰਨੇ ਨੇੜੇ ਹਾਂ ਅਸੀਂ 1 ਮੀਟਰ ਦੇ ਡਿਸਟੈਂਸ ਤੇ। तो थोड़ा जिहा बांह लंबी करो तो असी इन्हां पत्तियां नूं छू सकते हैं। 1 मीटर की उचाई कोई ज़्यादा लंबी दूर नहीं है। तो हुण असी घटांगे, हुण 10 to the power -1। -1 का भाव की है कि असी 10 नाल डिवाइड करांगे 1/10 मीटर, यानी कि 10 सेंटीमीटर। 1 मीटर के अंदर 100 सेंटीमीटर, तो 1/10 मीटर यानी कि 10 सेंटीमीटर। तो ये 10 सेंटीमीटर की नेड़ता तो असी जे पत्तियां नूं देखीए ਤਾਂ ਇਹ ਡਿਟੇਲ ਸਾਨੂੰ ਪੂਰੀ ਪੱਤੀ ਦੀ ਨਜ਼ਰ ਆਣੀ ਸ਼ੁਰੂ ਹੋ ਜਾਂਦੀ ਹੈ। ਜਿਹੜੀ ਪਹਿਲਾਂ ਸਿਰਫ ਥੋੜੀ ਜਿੰਨੀ ਛੋਟੀ ਜਿੰਨੀ ਪੱਤੀ ਲੱਗ ਰਹੀ ਸੀ, ਜਿਹਦੀ ਇੱਕ ਡੰਡੀ ਨੂੰ ਅਸੀਂ ਦੇਖ ਰਹੇ ਸਾਂ, ਉਹਦੇ ਆਲੇ ਦੁਆਲੇ 2 ਡੰਡੀਆਂ ਹੋਰ ਸਨ। ਤਾਂ ਇਹ ਹੈ 1 ਮੀਟਰ ਤੋਂ ਸ਼ੁਰੂ ਜਿੱਥੋਂ ਕੀਤਾ ਸੀ, ਤੇ ਇਹ ਹੈ ਡਿਟੇਲ ਥੋੜੀ 10 ਸੈਂਟੀਮੀਟਰ ਤੇ। ਪਰ ਹੁਣ ਹੋਰ ਨੇੜੇ ਜਾਈਏ 10 to the power -2 ਮੀਟਰ, यानी कि 1 ਸੈਂਟੀਮੀਟਰ, ਤੇ ਹੁਣ ਇਹ ਡਿਟੇਲ ਜਿਹੜੀ ਹੈ ਪੂਰੀ ਕਲੈਰਿਟੀ ਦੇ ਨਾਲ, ਪੂਰੇ ਉਹਦੀ ਲਾਈਨਾਂ, ਬਣਾਵਟ, ਸਭ ਕੁਝ ਅੰਦਰੂਨੀ ਢਾਂਚਾ ਵੀ ਨਜ਼ਰ ਆਣਾ ਸ਼ੁਰੂ ਹੋ ਗਿਆ ਹੈ। ਇਹ ਹੁਣ 1 ਸੈਂਟੀਮੀਟਰ ਦੀ ਸਿਰਫ ਦੂਰੀ ਹੈ। ਹੁਣ ਇਸ ਤੋਂ ਅੱਗੇ ਹੋਰ ਅਸੀਂ ਹੋਰ ਥੱਲੇ ਜਾਣਾ ਹੈ, यानी कि 1 ਸੈਂਟੀਮੀਟਰ ਦਾ 10ਵਾਂ ਹਿੱਸਾ, यानी कि 1 ਮਿਲੀਮੀਟਰ। ਹੁਣ ਪੱਤੀਆਂ ਦੇ ਅੰਦਰ ਜਿਹੜੇ ਸੈੱਲ ਨੇ ਉਹ ਵੀ ਨਜ਼ਰ ਆਉਣ ਲੱਗ ਪਏ ਨੇ। ਇਹ ਇੱਕ ਪੱਤੀ ਦਾ ਸਿਰਫ ਛੋਟਾ ਜਿਹਾ ਹਿੱਸਾ ਹੈ। ਇਹ ਇੱਕ ਵੱਡੀ ਸਾਰੀ ਜਿਹੜੀ ਚਿੱਟੀ ਲਾਈਨ ਨਜ਼ਰ ਆ ਰਹੀ ਹੈ, ਇਹ ਉਹ ਡੰਡੀ ਹੈ ਜਿਹੜੀ ਪਹਿਲਾਂ ਸਾਨੂੰ, ਇਹ ਪਤਲੀ ਜੀ ਜਿਹੜੀ ਲਾਈਨ ਹੈ, ਡੰਡੀ ਜਿਹੜੀ ਜਿਹਦੇ ਦੁਆਲੇ ਰੈੱਡ ਸਕੁਅਰ ਹੈ, ਇਹ ਉਹ ਡੰਡੀ ਹੁਣ ਇਸ ਤਰ੍ਹਾਂ ਇੰਨੀ ਚੌੜੀ ਹੈ ਤੇ ਉਹਦੇ ਮੁਕਾਬਲੇ ਤੇ ਪੱਤੀ ਜਿਹੜੀ ਹੈ ਉਹਦੇ ਅੰਦਰ ਦੇ ਹੁਣ ਸੈੱਲ ਵੀ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ। ਇਹ ਹੈ ਡਿਸਟੈਂਸ 1 ਮਿਲੀਮੀਟਰ ਦਾ। ਹੁਣ ਅਸੀਂ ਇਸ ਤੋਂ ਵੀ ਅੱਗੇ ਚੱਲਣਾ ਹੈ, ਪਰ ਡਿਸਟੈਂਸ ਹੋਰ ਘਟੇਗਾ। ਹੁਣ 1/10 ਮਿਲੀਮੀਟਰ, ਇੱਥੇ ਯੂਨਿਟ ਫਿਰ ਸਾਨੂੰ ਛੋਟੀ ਵਰਤਣੀ ਪਏਗੀ, ਇਹਨੂੰ 100 ਮਾਈਕਰੋਨ ਕਹਿੰਦੇ ਹਨ। 1000 ਮਾਈਕਰੋਨ ਬਰਾਬਰ 1 ਮਿਲੀਮੀਟਰ, ਤੇ 1000 ਮਿਲੀਮੀਟਰ ਬਰਾਬਰ 1 ਮੀਟਰ ਹੁੰਦਾ ਹੈ। तो 10 to the power -4, 100 ਮਾਈਕਰੋਨ। ਹੁਣ ਸੈੱਲਾਂ ਦੀ ਅੰਦਰੂਨੀ ਬਣਤਰ, ਉਹਨਾਂ ਦੇ ਆਪਸੀ ਜੋੜ, ਉਹ ਵੀ ਨਜ਼ਰ ਆਣੇ ਸ਼ੁਰੂ ਹੋ ਗਏ ਹਨ। ਪੂਰੀ ਡਿਟੇਲ, ਪੂਰੇ ਕੰਸੈਂਟ੍ਰੇਸ਼ਨ ਦੇ ਨਾਲ ਇਹ ਨਜ਼ਰ ਆ ਰਹੇ ਹਨ।
ये है 100 माइक्रोन। 10⁻⁻5 यानी कि 10 माइक्रोन डिस्टेंस। हुण मानो असीं सैल दे अंदर ही पहुंच गए हैं। ये जिन्ने भी ਵੱਡੇ ਵੱਡੇ ਗੋਲੇ ਜੇ ਹਰੇ ਹਰੇ ਮੋਟੇ ਜੇ ਨਜ਼ਰ ਆ ਰਹੇ ਹਨ, ਇਹ ਸਾਰੇ ਡਿਫਰੈਂਟ ਅਲੱਗ-ਅਲੱਗ ਸੈੱਲ ਹੈਗੇ ਹਨ। 1 ਮਾਈਕਰੋਨ ਇਹ ਹੁਣ ਕੱਲਾ ਇੱਕ ਸੈੱਲ ਨਜ਼ਰ ਆ ਰਿਹਾ ਹੈ, ਔਰ ਸੈੱਲ ਦੇ ਅੰਦਰ ਦਾ ਜਿਹੜਾ ਸੈਂਟਰ ਹੈ, ਮਕਰੰਦ ਜਿਹਨੂੰ ਕਹਿੰਦੇ ਆ, ਉਹ ਵੀ ਨਜ਼ਰ ਆਉਣਾ ਸ਼ੁਰੂ ਹੋ ਗਿਆ। ਜੋ ਨਿਊਕਲੀਅਸ ਹੈ ਇੱਕ ਸੈੱਲ ਦਾ, ਇਹ 1 ਮਾਈਕਰੋਨ ਦਾ ਡਿਸਟੈਂਸ ਹੈ, यानी कि 10⁻⁻6 मीटर्स। 1 माइक्रोन यानी कि मिलीमीटर का 1000वां हिस्सा। 10⁻⁻7 हुण ये यूनिट फिर बदल गई, क्योंकि माइक्रोन का जिहड़ा यूनिट है उस तो 10,000 हिस्सा जिहड़ा है उन्होंने एंगस्ट्रॉम की यूनिट कहते हैं, साइंस वाले ने बनाई है। एंगस्ट्रॉम यानी कि 1000 एंगस्ट्रॉम हो गए। ये 1 मिलीमीटर का 10,000वां हिस्सा है। तो इन्नी छोटी दूरी ते सानू वखरे यूनिट यूज करने पैंदे हैं। तो 1 मिलीमीटर का 10,000वां हिस्सा यानी जिन्होंने 1000 एंगस्ट्रॉम किया जाएगा, वो सैल दे हुण क्रोमोसोम भी नज़र आने शुरू हो गया। ये जिहड़े एक सैल दे अंदरला हिस्सा है, जिहड़ियां ये ब्राउन लाइनां ने और डॉट डॉट नज़र आ रहे हैं, ये उहदे क्रोमोसोम हैं, जिन्होंने पंजाबी क्रोमोसोम नूं गुणसूत्र कहा जाता है। ये 1000 एंगस्ट्रॉम 10⁻⁻7। हुण चलांगे असीं 10⁻⁻8 यानी कि 100 एंगस्ट्रॉम। हुण ये क्रोमोसोम दे भी अंदर इस सूक्ष्म दुनिया दे विच हुण डीएनए भी नज़र आना शुरू हो गया है, उहदा भी शक्ल नज़र आ रही है। ये डीएनए है जिहड़ा बिल्कुल किसी भी चीज़ की होंद का तुर अंदरला जिहड़ा उहदी पहचान है असल। आम असीं अखबारां विच पढ़दे हां जी, डीएनए टेस्ट करके कन्फर्म कर लिया गया, कई पैटर्निटी टेस्ट करना है, ये बच्चा अपने पिता का है कि नहीं है, डीएनए मैच करना चाहिए है, फलानी चीज़ टेस्ट करनी है, बंदे की आइडेंटिटी टेस्ट करनी है, डीएनए एग्जामिनेशन की जाती है। ये डीएनए की शक्ल इंज दी हुंदी है, जिहड़ी कि 100 एंगस्ट्रॉम की उचाई ते या गहराई दे विच बल्कि असीं देख सकते हैं। तो इस तो अगे 10⁻⁻9 हुण डीएनए के अंदर इन्हां गुणसूत्रां दे अंदरूनी भाग एक एक हिस्सा अंदरों नज़र आना शुरू हो गया है। यह है 10⁻⁻9। ये ध्यान रखने की लोड़ है कि एक पत्ती, उस पत्ती के अंदर दे छोटे छोटे जिहड़े हिस्से, उन्हां दे फिर अंदर एक सैल के अंदर दा फिर डीएनए, ते वो डीएनए का उसका अंदरला पार्ट है, ये 10 एंगस्ट्रॉम के उत्ते नज़र आ रहा है। 1 एंगस्ट्रॉम लो जी, ये हुण उस डीएनए के अंदर है जो एक सिर्फ इलैक्ट्रॉन्स का क्लाउड है, इलैक्ट्रॉन के बदलों वर्गा है। ये हुण जो असली तत्त है डीएनए के अंदर, वो तो बेसिकली कार्बन ही है। वो कार्बन के एटम, ये हुण एटम नज़र आने शुरू हो गए हैं, जो साडी सारी सृष्टि के आधार हैं। सारी सृष्टि के जिहड़ा मूल कोई भी चीज़ है, जिन्ना भी ऑर्गेनिज्म है, सब के अंदर कार्बन और हाइड्रोजन जिहड़े हैं वो जरूर हुंदे हैं। तो ये जो नज़र आ रहे हैं, ये कार्बन के एटम्स ने। तुसीं देख सकते हो कि जो स्पेस विच असीं उपर गए सां, ते हुण असीं मैटर के बिल्कुल अंदर तुर तक उहदी जड़ के अंदर वड़ गए हाँ, कि नज़ारा तकरीबन इक्को जिहा ही नज़र आ रहा है। जो ब्लैंक स्पेस उपर की यात्रा में सानू जो असीं 10⁻16 ते पहुंचे सी, तो इहो जिहा खला नज़र आंदा सीगा। वही चीज़ हुण 10⁻10 के उत्ते आ गए हाँ, तो उस गहराई के अंदर भी वही नज़ारा नज़र आना शुरू हो गया है। ये इत्थे हुण सिर्फ एटम हैं कार्बन के। ये पत्ती के अंदर दे डीएनए के तुर अंदर एक एटम और उहदे आले दुआले का जो नज़ारा है वो है। 10⁻11 हुण एंगस्ट्रॉम भी छोटा वड्डा हो गया है। तो अगली यूनिट है पीकोमीटर। 10 पीकोमीटर की इस महीन दुनिया में एटम के दुआले हुण इलैक्ट्रॉन जिहड़े ऑर्बिट करते हैं ना, उन्हां दी भी कुछ होंद नज़र आनी शुरू हो गई है। तो ये जो रेड स्क्वेयर है वो एटम दे है, उहदे आले दुआले इलैक्ट्रॉन्स इस तरीके की पिक्चर है। 10⁻12 हुण ये जिहड़ा वाइट डॉट है, ये है न्यूक्लियस एटम का।
ਜਿਹਦੇ ਵਿੱਚ ਨਿਊਟਰੋਨ ਤੇ ਪ੍ਰੋਟੋਨ ਹੁੰਦੇ ਹਨ ਤੇ ਆਲੇ ਦੁਆਲੇ ਇਲੈਕਟ੍ਰੋਨ ਉਹਦੇ ਕਰਦੇ ਹਨ ਤੇ ਉਹਨਾਂ ਦੇ ਵਿਚਕਾਰ ਗੈਪ ਹੁੰਦਾ ਬਹੁਤ ਜ਼ਿਆਦਾ ਇਸ ਕਰਕੇ ਹੁੰਦਾ ਤੇ ਅਤਮਹੀਨ ਹੈ, ਪਰ ਜ਼ਿਆਦਾ ਇਸ ਕਰਕੇ ਹੈ ਕਿ ਰਿਲੇਟਿਵਲੀ ਸਾਈਜ਼ ਦੇ ਮੁਤਾਬਕ ਜਿੰਨਾ ਸਾਈਜ਼ ਨਿਊਕਲੀਅਸ ਦਾ ਹੁੰਦਾ ਹੈ ਉਸ ਤੋਂ ਕਈ ਹਜ਼ਾਰ ਗੁਣਾ ਡਿਸਟੈਂਸ ਦੇ ਉੱਤੇ ਉਹ ਇਲੈਕਟ੍ਰੋਨ ਜਿਹੜੇ ਨੇ ਆਰਬਿਟ ਕਰਦੇ ਨੇ। तो ये ਜਿਹੜਾ ਵਾਈਟ ਪੋਰਸ਼ਨ ਨਜ਼ਰ ਆ ਰਿਹਾ ਹੈ ਇਹ ਨਿਊਕਲੀਅਸ ਹੈ ਜਿਹਦੇ ਵਿੱਚ ਨਿਊਟਰੋਨ ਤੇ ਪ੍ਰੋਟੋਨ ਹੁੰਦੇ ਹਨ ਤੇ ਬਾਕੀ ਸਾਰਾ ਇੱਕ ਖਲਾ ਇੱਕ ਸਪੇਸ ਜਿੱਥੇ ਇਲੈਕਟ੍ਰੋਨਸ ਨੇ ਆਰਬਿਟ ਕਰਨੀ ਹੁੰਦੀ ਹੈ। 10 to the power minus 13 ਅਗਲੀ ਯੂਨਿਟ ਫਿਰ ਆ ਗਈ, ਇਹਨੂੰ ਫੈਂਟੋਮੀਟਰ ਕਹਿੰਦੇ ਨੇ। ਇਹ ਹੁਣ ਨਿਊਕਲੀਅਸ ਦੇ ਅੰਦਰ, ਹੁਣ ਅਸੀਂ ਨਿਊਕਲੀਅਸ ਦੇ ਵੀ ਅੰਦਰ ਵੜ ਗਏ ਹਾਂ ਤੇ ਉਹਦੇ ਅੰਦਰ ਇਸ ਤਰੀਕੇ ਦਾ ਸਟਰਕਚਰ ਹੁੰਦਾ ਹੈ, ਡਿਫਰੈਂਟ ਨਿਊਟਰੋਨਸ ਔਰ ਪ੍ਰੋਟੋਨਸ ਨਜ਼ਰ ਆਉਂਦੇ ਹਨ। ਇਹ 10 to the power minus 13 ਦਾ ਨਜ਼ਾਰਾ ਹੈ। 10 to the power minus 14 ਇਹ ਹੁਣ ਕਾਰਬਨ ਦਾ ਜੋ ਐਟਮ ਹੈ ਉਹਦੀ ਅੰਦਰੂਨੀ ਬਣਤਰ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਅੰਦਰ 6 ਪ੍ਰੋਟੋਨ ਤੇ 6 ਨਿਊਟਰੋਨ ਹੁੰਦੇ ਹਨ। ਸੋ ਜਾਂ ਟੋਟਲ ਉਹਦਾ ਐਟੋਮਿਕ ਮਾਸ 12 ਹੁੰਦਾ ਹੈ ਸ਼ਾਇਦ, ਹਾਂ। तो ਇਹ ਇਸ ਤਰੀਕੇ ਦੇ ਨਾਲ ਕੁਝ ਉਹਦੀ ਕਾਰਬਨ ਐਟਮ ਦੀ ਸ਼ਕਲ ਹੁੰਦੀ ਹੈ। तो ਇਹ ਹੁਣ ਇੱਕ ਫੈਂਟੋਮੀਟਰ 10 to the power minus 15 ਤੇ ਪਹੁੰਚ ਗਏ ਤੇ ਇੱਕ ਕੱਲੇ ਪ੍ਰੋਟੋਨ ਦੇ ਅੰਦਰ ਦੀ ਇਹ ਜੋ ਸ਼ਕਲ ਹੈ, ਪਰ ਇਹ ਸਿਰਫ ਇਮੇਜਿਨੇਸ਼ਨ ਹੈ, ਇਹਦੀ ਅੱਜ ਤੱਕ ਕਿਸੇ ਕੋਲੋਂ ਫੋਟੋ ਖਿੱਚੀ ਨਹੀਂ ਗਈ। 10 to the power minus 16 ਤੇ ਹੁਣ ਇਹ ਪ੍ਰੋਟੋਨ ਤੋਂ ਵੀ ਅੱਗੋਂ ਸਬ ਪਾਰਟੀਕਲ ਨੇ ਜਿਹਨੂੰ ਕੁਆਰਕ ਕਹਿੰਦੇ ਨੇ। ਇਹ ਇੱਕ ਐਟਮ ਦੇ ਅੰਦਰ ਇੱਕ ਪ੍ਰੋਟੋਨ ਦੇ ਅੰਦਰ ਅੱਗੋਂ ਉਹਦੇ ਸਬ ਐਟੋਮਿਕ ਪਾਰਟੀਕਲ ਨੇ ਜਿਨ੍ਹਾਂ ਨੂੰ ਕੁਆਰਕ ਕਿਹਾ ਜਾਂਦਾ ਹੈ ਤੇ ਇਸ ਤੋਂ ਅੱਗੇ ਵਿਗਿਆਨਕ ਸੋਚ ਵੀ ਜਵਾਬ ਦੇ ਜਾਂਦੀ ਹੈ। ਇਸ ਤੋਂ ਅੱਗੇ ਇਮੇਜਿਨੇਸ਼ਨ ਉਹਨਾਂ ਦੀ ਅਜੇ ਤੱਕ ਉਹ ਸੋਚ ਵੀ ਨਹੀਂ ਸਕੇ ਕਿ ਇਸ ਤੋਂ ਅੱਗੇ ਵੀ ਕੁਝ ਹੋਰ ਹੋ ਸਕਦਾ ਹੈ, ਕਿ ਕੁਆਰਕ ਦੇ ਅੰਦਰ ਵੀ ਅੱਗੋਂ ਕੁਝ ਹੈ, ਉਹਦੇ ਅੱਗੋਂ ਵੀ ਕੋਈ ਹੋਰ ਸਬ ਪਾਰਟੀਕਲ ਨੇ, ਕੀ ਨਜ਼ਾਰਾ ਹੋਏਗਾ, ਕੀ ਹੋਏਗਾ। ਅੱਜ ਤੱਕ ਵਿਗਿਆਨੀਆਂ ਨੂੰ ਵੀ ਉਹਦੇ ਬਾਰੇ 'ਚ ਕੁਝ ਅੰਦਾਜ਼ਾ ਨਹੀਂ ਹੈ। ਹੁਣ ਸੋਚਣ ਵਾਲੀ ਗੱਲ ਹੈ ਕਿ ਇਨਸਾਨ ਦਾ ਇਸ ਬ੍ਰਹਿਮੰਡ ਵਿੱਚ ਕੀ ਸਥਾਨ ਹੈ। ਅਸੀਂ ਸਮਝਦੇ ਹਾਂ ਕਿ ਬਈ ਇਨਸਾਨ ਜਿਹੜੇ ਹਨ ਕੋਈ ਖਾਸ ਰੁਤਬਾ ਰੱਖਦੇ ਨੇ, ਕਿ ਸਾਡਾ ਇਸ ਬ੍ਰਹਿਮੰਡ ਵਿੱਚ ਕੋਈ ਵਿਸ਼ੇਸ਼ ਸਥਾਨ ਹੈ। ਜਿਸ ਹੱਦ ਤੱਕ ਅਸੀਂ ਸਫ਼ਰ ਕਰਕੇ ਆਏ ਹਾਂ ਕਿ ਉਹ ਹੀ ਬ੍ਰਹਿਮੰਡ ਦੀ ਹੱਦ ਹੈ ਜਾਂ ਬ੍ਰਹਿਮੰਡ ਦੀ ਕੋਈ ਹੱਦ ਹੈ ਵੀ ਸਹੀ। ਇਹ ਤਾਂ ਜਦ ਤੱਕ ਵਿਗਿਆਨਿਕਾਂ ਦੀ ਸੋਚ ਗਈ, ਅਸੀਂ 10 to the power 23 ਤੱਕ ਉੱਪਰ ਨੂੰ ਸਫ਼ਰ ਕੀਤਾ, 10 to the power minus 16 ਤੱਕ ਤੁਰ ਅੰਦਰ ਤੱਕ ਸਫ਼ਰ ਕਰ ਲਿਆ ਅੰਦਾਜ਼ਿਆਂ ਦੇ ਨਾਲ। ਪਰ ਇਸ ਤੋਂ ਅੱਗੇ ਵੀ ਤਾਂ ਕੁਝ ਹੋ ਸਕਦਾ ਹੈ ਜਿਹੜਾ ਸਾਨੂੰ ਨਹੀਂ ਪਤਾ। ਅਸੀਂ ਇਹ ਦਾਅਵਾ ਨਹੀਂ ਕਰ ਸਕਦੇ ਕਿ ਇਹੀ ਲਿਮਿਟ ਹੈ, ਨਹੀਂ ਹੈ, ਇਸ ਤੋਂ ਅੱਗੇ ਵੀ ਕੁਝ ਹੋ ਸਕਦਾ ਹੈ ਔਰ ਕੋਈ ਹੱਦ ਹੈ, ਸਹੀ ਹੈ, ਇਹ ਦਾਅਵਾ ਕਰਨਾ ਵੀ ਗਲਤ ਹੋਏਗਾ। ਉਹ ਇਹ ਸਾਰੀਆਂ ਚੀਜ਼ਾਂ ਹਨ ਜਿਹੜੀਆਂ ਸਾਨੂੰ ਸੋਚਣ ਤੇ ਮਜਬੂਰ ਕਰਦੀਆਂ ਨੇ ਕਿ ਅਸੀਂ ਕਿੱਥੇ ਹਾਂ। 10 to the power minus 16 ਤੱਕ ਅਸੀਂ ਥੱਲੇ ਅੰਦਰ ਗਏ, 10 to the power 23 ਤੱਕ ਅਸੀਂ ਉੱਪਰ ਨੂੰ ਗਏ ਤੇ ਵਿਚਕਾਰ ਸਾਡਾ ਕੀ ਸਟੇਟਸ ਹੈ। ਅਸੀਂ 10 to the power 0 ਵਾਲੀ ਜਗ੍ਹਾ ਦੇ ਉੱਤੇ ਖੜੇ ਹਾਂ, ਪਰ ਅਸੀਂ ਕੀ ਹੋਂਦ ਰੱਖਦੇ ਹਾਂ, ਸਾਡੀ ਹਸਤੀ ਕੀ ਹੈ। ਧਿਆਨ ਰੱਖਣਾ, ਜਦੋਂ ਅਸੀਂ ਤੁਰ ਅੰਦਰ ਦੀ ਯਾਤਰਾ ਤੇ ਗਏ ਤਾਂ 10 to the power minus 16 ਤੱਕ ਜਾ ਸਕੇ, ਪਰ ਜਦੋਂ ਅਸੀਂ ਉੱਪਰ ਦੀ ਉਡਾਰੀ ਲਾਈ ਤਾਂ ਅਸੀਂ 10 to the power 23 ਤੇ ਜਾ ਕੇ ਰੁਕੇ। ਉਸ ਤੋਂ ਅੱਗੇ ਵੀ ਅਸੀਂ ਆਪਣੇ ਅੰਦਾਜ਼ੇ ਲਾ ਕੇ ਵੱਧ ਸਕਦੇ ਸੀ। ਹੁਣ ਸੋਚਣ ਦੀ ਗੱਲ ਹੈ ਕਿ ਕੀ ਸਾਡੀ ਧਰਤੀ ਤੇ ਹੀ ਸਿਰਫ ਜੀਵ ਵਸਦੇ ਨੇ ਜਾਂ ਕਿ ਹੋਰ ਵੀ ਕੋਈ ਦੁਨੀਆ ਵਸ ਰਹੀਆਂ ਨੇ। ਅਸੀਂ ਤਾਂ ਇੱਕ ਤਾਰੇ ਦੇ ਇੱਕ ਪਲੈਨਟ ਦੇ ਉੱਤੇ ਰਹਿੰਦੇ ਹਾਂ। ਸੂਰਜ ਵਰਗੇ ਲੱਖਾਂ ਕਰੋੜਾਂ ਤਾਰੇ ਨੇ ਔਰ ਇਹ ਤਾਰਾ ਇੱਕ ਗੈਲੈਕਸੀ ਮਿਲਕੀ ਵੇ ਦੇ ਵਿੱਚ ਇੱਕ ਛੋਟਾ ਤਾਰਾ ਹੈ ਸੂਰਜ, ਔਰ ਇਹੋ ਜੀਆਂ ਲੱਖਾਂ ਹੀ ਹੋਰ ਗੈਲੈਕਸੀਆਂ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਹੋਰ ਲੱਖਾਂ ਕਰੋੜਾਂ ਅਰਬਾਂ ਖਰਬਾਂ ਤਾਰੇ ਹੋਣਗੇ। ਉਹਨਾਂ 'ਚ ਅੱਗੋਂ ਹੋਰ ਕਈ ਪਲੈਨਟ ਹੋਣਗੇ। ਉਹਨਾਂ ਪਲੈਨਟਸ ਤੇ ਮੁਮਕਿਨ ਹੈ ਕੋਈ ਜੀਵ, ਕੋਈ ਦੁਨੀਆ ਵਸਦੀ ਹੋਵੇ। ਇਹਨੂੰ ਪਤਾ ਹੈ, ਕੌਣ ਜਾਣ ਸਕਦਾ ਹੈ। ਸੋਚਣ ਵਾਲੀ ਗੱਲ ਹੈ। ਅਸੀਂ ਸਮਝਦੇ ਹਾਂ ਕਿ ਇਨਸਾਨ ਦੁਨੀਆ ਦਾ ਸਭ ਤੋਂ ਉੱਤਮ ਵਿਅਕਤੀ ਹੈ, ਉੱਤਮ ਜੂਨੀ ਹੈ, ਪਰ ਅਸੀਂ ਤਾਂ ਸਮਝ ਹੀ ਨਹੀਂ ਸਕਦੇ ਕਿ ਹੈ ਕੀ ਕੁਛ ਹੈ ਇਸ ਬ੍ਰਹਿਮੰਡ ਵਿੱਚ, ਹੈ ਕੀ ਹੈ। ਅਸੀਂ ਸਮਝਦੇ ਹਾਂ ਕਿ ਅਸੀਂ ਦੁਨੀਆ 'ਚ ਬਹੁਤ ਵੱਡੇ ਹਾਂ,
ਜਿਹਨੂੰ ਚਾਹੀਏ ਅਸੀਂ ਆਪਣੇ ਕੰਟਰੋਲ 'ਚ ਲੈ ਸਕਦੇ ਹਾਂ। ਜੰਗ ਛੇੜ ਦਿਆਂਗੇ, ਇੱਕ ਕੰਟਰੀ ਦੂਜੀ ਕੰਟਰੀ ਨਾਲ ਲੜਾਈ ਕਰ ਲਏਗੀ, ਕੋਈ ਬੰਦਾ ਦੂਜੇ ਬੰਦੇ ਨੂੰ ਗੁਲਾਮ ਬਣਾ ਲਏਗਾ। ਜੋ ਕੁਝ ਵੀ ਕਿਸੇ ਦੇ ਦਿਮਾਗ 'ਚ ਖਿਆਲ ਆਉਂਦੇ ਨੇ ਉਹਦੇ ਮੁਤਾਬਕ ਉਹ ਜੋ ਊਟ ਨੀਚ ਉਲਟੇ ਪੁਲਟੇ ਕੰਮ ਕਰਨ ਦੀਆਂ ਗੱਲਾਂ ਕਰਦਾ ਹੈ। ਮੈਂ ਸਭ ਤੋਂ ਵੱਡਾ ਹਾਂ, ਮੈਂ ਹੀ ਭਗਵਾਨ ਹਾਂ, ਇਹੋ ਜਿਹੀਆਂ ਗੱਲਾਂ ਕਰਨ ਵਾਲੇ ਵੀ ਦੁਨੀਆ 'ਚ ਬੰਦੇ ਬੜੇ ਆਏ। ਪਰ ਬੰਦੇ ਦੀ ਹਸਤੀ ਹੈ ਕੀ ਹੈ? ਇਹ ਸੋਚਣ ਵਾਲੀ ਗੱਲ ਹੈ, ਜਿਹਦੇ ਉੱਤੇ ਕੁਝ ਸਮਾਂ ਲਾਉਣਾ ਚਾਹੀਦਾ ਹੈ, ਇਕੱਲਿਆਂ ਬੈਠ ਕੇ ਆਪਣੇ ਆਪ ਦੇ ਨਾਲ। ਸੋ ਇਹ ਸਭ ਕੁਝ ਸੋਚਦਿਆਂ ਹੋਇਆਂ ਸਾਡੀ ਸੋਚ ਦਾ ਮਾਨੋ ਜਿਵੇਂ ਨਾ ਇੱਕ ਅੰਤ ਆ ਜਾਂਦਾ ਹੈ। 10 to the power 23 ਤੱਕ ਅਸੀਂ ਸੋਚ ਕੇ ਉੱਪਰ ਦੀ ਯਾਤਰਾ ਕਰ ਲਈ। 10 to the power -16 ਤੱਕ ਅਸੀਂ ਧੁਰੰਦਰ ਦੀ ਯਾਤਰਾ ਵੀ ਸੋਚ ਕੇ ਕਰ ਲਈ। ਤੇ ਇੱਥੇ ਸਾਡੀ ਸੋਚ ਦਾ ਅੰਤ ਹੋ ਗਿਆ। ਇਸ ਤੋਂ ਅੱਗੇ ਤਾਂ ਫਿਰ ਇੱਕ ਵਿਸਮਾਦ, ਇੱਕ ਅਚਰਜ, ਇੱਕ ਹੈਰਾਨੀ। ਤੋ ਇਹ ਹੈਰਾਨੀ, ਇਹ ਵਿਸਮਾਦ ਦੀ ਅਵਸਥਾ ਨੂੰ ਅਸੀਂ ਆਪਣੇ ਨਿਤਨੇਮ ਵਿੱਚ ਵੀ ਪੜ੍ਹਦੇ ਹਾਂ। ਗੁਰੂ ਨਾਨਕ ਪਾਤਸ਼ਾਹ ਨੇ 500 ਸਾਲ ਪਹਿਲਾਂ ਜਿਹੜੀ ਗੱਲ ਆਖੀ ਸੀ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਨੀ ਗਹੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ। हे मेरे मालिका, तेरे गुनाह का कोई पता नहीं, तू कितना गहरा है, कितना गंभीर है, कोई जान ही नहीं सकता तेरा पसारा कितना को वड्डा है। ये विस्माद एक आश्चर्य अवस्था है जो ये सारी यात्रा करके साडे बंदे दे दिमाग दे उत्ते अपना असर छड़ जाती है। इसे दे नाल ही जो जप बाणी दे अंदर असीं रोज़ पढ़ते हाँ, एक सेकंड जरा रिकॉर्डिंग बंद कर। सो रोज असी जप बानी च पढ़ते हाँ, जपदी जी पौड़ी। सो उसका पाठ सरवण करिए। पाताला पाताल लख आगासा आगास ओढ़क ओढ़क पाल थके वेद कहन एक बात सहस 18 कहन कतेबा असलू एक तात लेखा होए ता लिखिए लिखे हुए विनाश नानक वड्डा आखिए नानक वड्डा आखिए आपे जाने आप आपे जाने आप आपे जाने आप।
बहुत बहुत धन्यवाद जी। वाहिगुरु जी का खालसा वाहिगुरु जी की फतेह। ये प्रेजेंटेशन